ਸਤਿ ਸ਼੍ਰੀ ਅਕਾਲ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਰਾਜਵੀਰ ਸਿੰਘ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਗਈ ਹੈ, ਜਿੱਥੇ ਵੱਖ-ਵੱਖ ਸ਼ਖਸੀਅਤਾਂ ਪਹੁੰਚੀਆਂ ਨੇ। ਉੱਥੇ ਹੀ ਅਜੇਪਾਲ ਸਿੰਘ ਬਰਾੜ ਪਹੁੰਚੇ ਨੇ। ਬਰਾੜ ਸਾਹਿਬ, ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜਿਸ ਤਰੀਕੇ ਦੇ ਨਾਲ ਇਹ ਇਕੱਤਰਤਾ ਸੱਦੀ ਗਈ ਹੈ, ਅਜੋਕੇ ਸਮੇਂ ਨੂੰ ਲੈ ਕੇ ਪੰਥਕ ਹਾਲਾਤ ਨੇ ਜੋ ਕਿਵੇਂ ਦੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਹਾਲਾਤ ਹੁੰਦੇ ਆ, ਚਾਹੇ ਉਹ ਪੰਥ ਦੇ ਹੋਣ, ਕਿਸੇ ਕੌਮ ਦੇ ਹੋਣ, ਦੇਸ਼ ਦੇ ਹੋਣ, ਉਹ ਕੌਮਾਂਤਰੀ ਹਾਲਾਤਾਂ ਤੋਂ ਦੂਰ ਨਹੀਂ ਹੁੰਦੇ। ਉੱਥੇ ਕੀ ਹੋ ਰਿਹਾ ਉੱਥੇ ਆ। ਤਾਂ ਦੁਨੀਆ ਦੇ ਵਿੱਚ ਮੋਟੇ ਤੌਰ ਤੇ ਦੋ ਤਰੀਕਿਆਂ ਦਾ ਟਕਰਾਅ ਆ। ਇੱਕ ਤਾਂ ਉਹ ਆ ਜਿਹੜੀਆਂ ਕਲੋਜ਼ਡ ਸੁਸਾਇਟੀਜ਼ ਆ, ਜਿਹੜੀਆਂ ਪੁਰਾਣੀਆਂ ਜਿਹੜਾ ਪਿੱਟ ਚੁੱਕਿਆ ਕਨਸੈਪਟ ਆ ਨੇਸ਼ਨ ਸਟੇਟ ਦਾ, ਉਹਦੇ ਤੇ ਆਧਾਰਿਤ ਆ, ਇੱਕੋ ਤਰੀਕੇ 'ਚ ਰੰਗਣਾ ਚਾਹੁੰਦੇ ਆ ਸਾਰਿਆਂ ਨੂੰ। ਤੇ ਦੂਸਰਾ ਉਹ ਹੈਗਾ ਜਿਹੜਾ ਕਿ ਇੱਕ ਲਿਬਰਲ ਸੁਸਾਇਟੀਜ਼ ਆ ਜਾਂ ਓਪਨ ਸੁਸਾਇਟੀਜ਼ ਹੈਗੀਆਂ। ਤੇ ਪੰਥ ਅੱਜ ਜਿਹੜਾ ਹੈਗਾ ਉਹਦੇ ਕੋਲੇ ਸਿਧਾਂਤ ਵੀ ਆ, ਉਹਦੇ ਕੋਲ ਇੱਕ ਇਤਿਹਾਸ ਵੀ ਆ ਸਟਰਗਲ ਦਾ ਪਿੱਛੇ, ਤੇ ਬਹੁਤ ਵੱਡੀਆਂ ਕੁਰਬਾਨੀਆਂ ਦਾ ਇਤਿਹਾਸ ਆ। ਤੇ ਅਸੀਂ ਮਤਲਬ ਉਸ ਇਤਿਹਾਸ ਦੇ ਮੋੜ ਤੇ ਆ ਕੇ ਖੜੇ ਆ, ਜਦੋਂ ਸਰਬਤ ਨੂੰ ਜਾਂ ਦੁਨੀਆ ਨੂੰ ਇੱਕ ਨਵੀਂ ਰੌਸ਼ਨੀ ਜਾਂ ਇੱਕ ਨਵੀਂ ਫਿਊਚਰ ਮਿਲਣਾ ਹੈ। ਤਾਂ ਉੱਥੇ ਇਹ ਤਾਕਤਾਂ ਦੇ ਵਿੱਚ ਟਕਰਾਅ ਹੈਗਾ। ਜੇ ਵੱਡੇ ਗਰਾਊਂਡ ਤੇ ਵੇਖਿਆ ਜਾਵੇ ਤਾਂ ਪਿਛਲੇ 300 ਸਾਲਾਂ 'ਚ, ਖਾਸ ਕਰਕੇ ਪਿਛਲੇ 100 ਸਾਲਾਂ 'ਚ ਜਿੰਨੀਆਂ ਵੀ ਲੜਾਈਆਂ ਲੜੀਆਂ ਗਈਆਂ, ਉਹ ਨੇਸ਼ਨ ਸਟੇਟਸ ਨੂੰ ਦੇ ਮਾਡਲ ਨੂੰ ਪ੍ਰੋਟੈਕਟ ਕਰਨ ਵਾਸਤੇ ਲੜੀਆਂ ਗਈਆਂ। ਹੁਣ ਜੋ ਵੀ ਕੁਝ ਹੋ ਰਿਹਾ ਦੁਨੀਆ ਦੇ ਵਿੱਚ, ਚਾਹੇ ਉਹ ਰਾਜਨੀਤੀ ਹੋ ਰਹੀ ਹੈ, ਚਾਹੇ ਕੂਟਨੀਤੀ ਹੋ ਰਹੀ ਹੈ, ਚਾਹੇ ਯੂਕਰੇਨ ਦੇ ਵਿੱਚ ਜਾਂ ਕਿਤੇ ਜੰਗਾਂ ਹੋ ਰਹੀਆਂ, ਉਹ ਪ੍ਰੈਜ਼ੈਂਟ ਗਲੋਬਲ ਆਰਡਰ ਨੂੰ ਤੋੜਨ ਵਾਸਤੇ ਹੋ ਰਹੀਆਂ। ਉਹ ਨਵਾਂ ਹੈਗਾ ਤੇ ਉਹਦੇ ਵਿੱਚ ਪੰਥ ਦਾ ਬਹੁਤ ਫਿਊਚਰ ਆ। ਪਰ ਸਾਡੀ ਦੁੱਖ ਦੀ ਗੱਲ ਇਹ ਆ ਕਿ ਸਾਡੇ ਕੋਲੇ ਉਸ ਫਿਊਚਰ ਦੇ ਵਿੱਚ ਆਪਦੇ ਆਪ ਨੂੰ ਮੈਨੀਫੈਸਟ ਕਰਨ ਵਾਸਤੇ ਜਾਂ ਅੱਗੇ ਆਉਣ ਵਾਸਤੇ ਸਾਡੇ ਕੋਲੇ ਸੰਸਥਾਵਾਂ ਜਿਹੜੀਆਂ ਸਾਡੀਆਂ ਤੇ ਸਾਡੀਆਂ ਜਥੇਬੰਦੀਆਂ, ਉਹ ਸਾਰੀਆਂ ਕਮਜ਼ੋਰ ਪੈ ਚੁੱਕੀਆਂ। ਤਾਂ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਮਜ਼ੋਰ ਪੈ ਚੁੱਕੀਆਂ ਨੇ, ਰਵਾਇਤੀ ਸਿਸਟਮ ਹੈ ਜਿਹੜਾ, ਉਹਦੀ ਪੁਨਰਗਠਨ ਦੀ ਗੱਲ ਹੋ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਬਹਾਲ ਕਰਨ ਦੀ ਗੱਲ ਹੋ ਰਹੀ ਹੈ। ਕਿਸ ਤਰੀਕੇ ਦੇ ਨਾਲ ਮੰਨਦੇ ਹੋ ਪ੍ਰਭੂ ਸੱਤਾ ਜਿਹੜੀ ਹੈਗੀ ਅਕਾਲ ਤਖਤ ਸਾਹਿਬ ਦੀ ਬਹਾਲ ਹੋ ਸਕਦੀ ਹੈ? ਕਿਉਂਕਿ ਜਥੇਦਾਰਾਂ ਨੂੰ ਕਿਹਾ ਜਾਂਦਾ ਕਿ ਲਿਫਾਫੇ 'ਚੋਂ ਨਿਕਲਦੇ ਨੇ। ਦੇਖੋ, ਪਹਿਲੀ ਗੱਲ ਤਾਂ ਆਪਾਂ ਨੂੰ ਇਹ ਸਮਝਣਾ ਪਊ ਕਿ ਖੋਰਾ ਕਿਉਂ ਲੱਗਿਆ ਹੋਇਆ। ਜਿਹੜਾ ਖੋਰਾ ਲੱਗਿਆ ਉਹ ਦੋ ਚੀਜ਼ਾਂ ਕਰਕੇ ਆ। ਪਿਛਲੇ 150 ਸਾਲ 'ਚ ਸਾਨੂੰ ਦੋ ਤਰੀਕੇ ਦੇ ਸਾਡੇ ਤੇ ਟਕਰਾਅ ਆਏ ਆ, ਜਾਂ ਸਾਡੇ ਤੇ ਦੋ ਤਰੀਕਿਆਂ ਨਾਲ ਵਾਰ ਹੋਏ ਆ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜੇ ਲੋਕ ਇਸ ਸਿਸਟਮ ਦੇ ਉਲਟ ਖੜੇ ਹੁੰਦੇ ਆ ਜਾਂ ਆਵਾਜ਼ ਚੱਕਦੇ ਆ, ਉਹਨਾਂ ਨੂੰ ਤਾਂ ਜਿਵੇਂ ਕਹਿੰਦੇ 1000 ਕੱਟਸ ਦੀ ਇੱਕ ਸਟ੍ਰੈਟਜੀ ਹੈ ਕਿ ਇਹਨੂੰ ਇੰਨੀ ਜਗ੍ਹਾ ਤੇ ਫੱਟ ਦੇ ਦਿਓ ਇਸ ਕੌਮ ਨੂੰ ਕਿ ਵੀ ਇਹਨਾਂ ਨੂੰ ਥਾਂ ਥਾਂ ਤੇ ਮਤਲਬ ਉਸ ਚੀਜ਼ਾਂ ਲੜਾਈਆਂ ਲੜਨੀਆਂ ਪੈਣ। ਉਹਨੇ ਵਸੀਲੇ ਹੁੰਦੇ ਨਹੀਂ ਕੌਮ ਕੋਲੇ ਜਿਹਦੇ ਤੋਂ ਥਾਂ ਥਾਂ ਲੜ ਸਕੇ। ਦੂਸਰਾ ਤਰੀਕਾ ਹੈ ਕਿ ਜਿਹੜੇ ਸਾਡੇ ਪੱਖ ਜਿਹੜੇ ਸਰਕਾਰ ਦੇ ਨਾਲ ਮਿਲ ਕੇ ਚੱਲਦੇ ਗਏ ਆ, ਜਿਹੜੇ ਇਸ ਸਿਸਟਮ ਦੇ ਵਿੱਚ ਚੱਲ ਰਹੇ ਸੀਗੇ, ਉਹਨਾਂ ਨੂੰ ਜਿਵੇਂ ਕਹਿੰਦੇ ਇੱਕ ਸ਼ਬਦ ਹੈ ਸਲਾਮੀ ਸਲਾਈਸਿੰਗ, ਕਿ ਹੌਲੀ ਹੌਲੀ ਕਰਕੇ ਉਹਨਾਂ ਨੂੰ ਖੋਰਾ ਲਾਉਂਦੇ ਜਾਓ। ਹਰੇਕ ਸੰਸਥਾ ਨੂੰ, ਹਰੇਕ ਜਥੇਬੰਦੀ ਨੂੰ, ਹਰੇਕ ਚੀਜ਼ ਨੂੰ ਖੋਰਾ ਲਾਉਂਦੇ ਜਾਓ। ਜਿਵੇਂ ਹੁਣ ਸਮਝੋ ਸ਼੍ਰੋਮਣੀ ਕਮੇਟੀ ਹੀ ਲਾ ਲਓ ਨਾ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੀ ਨਹੀਂ ਕਰਵਾਉਂਦੇ। ਚੋਣਾਂ ਉਹ ਜਮਹੂਰੀ ਹੱਕ ਹੀ ਸਿੱਖਾਂ ਦਾ ਖੋਹ ਲਿਆ ਕਿ ਸਮੇਂ ਸਿਰ ਜਦੋਂ ਚੋਣਾਂ ਹੀ ਨਹੀਂ ਹੋਣਗੀਆਂ ਤਾਂ ਤੁਸੀਂ ਕਿਵੇਂ ਨਵੇਂ ਨੁਮਾਇੰਦੇ ਚੁਣੋਗੇ। ਇੱਥੋਂ ਤੱਕ ਕਿ ਸੈਕਸ਼ਨ 87 ਦੇ ਜਿਹੜੇ ਗੁਰਦੁਆਰੇ ਆ 1998 'ਚ ਚੋਣਾਂ ਹੋਈਆਂ ਵੀਆਂ। ਹੁਣ ਦੱਸੋ ਕੀ ਤੁਸੀਂ ਉਹਦਾ ਪ੍ਰਬੰਧ ਸਿਸਟਮ ਕਿਵੇਂ ਸਿਰਜੋਗੇ? ਸੋ ਇਹ ਦੋ ਤਰੀਕੇ ਦੇ ਹਮਲੇ ਹੋ ਰਹੇ ਸੀ ਕੌਮ ਨੂੰ। ਤੇ ਜਦੋਂ ਇਹ ਦੋ ਤਰੀਕੇ ਦੇ ਹਮਲੇ ਹੁੰਦੇ ਆ, ਉਹਦੇ ਸਾਡੀਆਂ ਸੰਸਥਾਵਾਂ ਆ, ਚਾਹੇ ਸਾਡੀ ਜਥੇਬੰਦੀ ਅੱਜ ਅਕਾਲੀ ਦਲ ਜਿੱਥੇ ਆ ਕੇ ਖੜਾ ਹੈ, ਪਤਾ ਹੀ ਆਪਾਂ ਨੂੰ। ਉਸੇ ਤਰੀਕੇ ਨਾਲ ਸਾਡੀ ਜਿਹੜੀ ਰਵਾਇਤੀ ਸਾਡੀਆਂ ਸੰਸਥਾਵਾਂ ਹੈ, ਜਿਵੇਂ ਅਕਾਲ ਤਖਤ ਦੀ ਸੰਸਥਾ ਹੈ ਜਾਂ ਅਕਾਲ ਬੁੰਗੇ ਦੀ ਜਿਹੜੀ ਸੰਸਥਾ ਹੈ, ਜਿੱਥੇ ਕਿ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਹੋਏ ਆ, ਉਹ ਅੱਜ ਕਿੰਨੇ ਕਮਜ਼ੋਰ ਹੋਏ ਆ ਆਪਣੇ ਸਾਹਮਣੇ ਹੀ ਆ। ਉਹ ਹਾਸੋਹੀਣੀ ਹੈ, ਮਤਲਬ ਇੱਕ ਬਿਆਨ ਦੇ ਦਿੰਦੇ ਆ, ਉਸ ਬਿਆਨ ਨੂੰ ਅੱਗੇ ਆਪਦੀ SGPC ਨਹੀਂ ਲਾਗੂ ਕਰਦੀ ਪਈ, ਤਾਂ ਉਹ ਉਹਨਾਂ ਦੀ ਸਥਿਤੀ ਬਹੁਤ ਹਾਸੋਹੀਣੀ ਹੈ, ਉਹ ਬਹੁਤ ਕਮਜ਼ੋਰ ਹੋਏ ਹੋਏ ਆ। ਤੇ ਇਹਨਾਂ ਨੂੰ ਜੇ ਆਪਾਂ ਸੁਰਜੀਤ ਨਹੀਂ ਕਰਦੇ, ਇਹਨਾਂ ਨੂੰ ਦੁਬਾਰਾ ਖੜੇ ਨਹੀਂ ਕਰਦੇ ਆਪਦੇ ਪੈਰੀਂ ਸਿਰ, ਤਾਂ ਕੌਮ ਦਾ ਫਿਊਚਰ ਹੈ ਨਹੀਂ। ਜਿਵੇਂ ਮੈਂ ਪਹਿਲਾਂ ਵੀ ਕਿਹਾ, ਸਾਡੇ ਕੋਲ ਬਹੁਤ ਚੰਗਾ ਸਿਧਾਂਤ ਆ, ਸਾਡੇ ਕੋਲ ਇਤਿਹਾਸ ਬਹੁਤ ਚੰਗਾ, ਸਾਡੇ ਕੋਲ ਲੋਕ ਬਹੁਤ ਨਿਡਰ ਤੇ ਬਹੁਤ ਜੁਝਾਰੂ ਕੌਮ ਹੈਗੇ ਅਸੀਂ, ਪਰ ਇਸ ਟਾਈਮ ਸਾਡੀ ਸੰਸਥਾਵਾਂ ਤੇ ਸਾਡੇ ਜਥੇਬੰਦੀਆਂ ਦੋਨੇ ਕਮਜ਼ੋਰ ਹੋਈਆਂ। ਜਿਸ ਤਰੀਕੇ ਨਾਲ ਤੁਸੀਂ ਕਿਹਾ ਸੁਧਾਰ ਹੋਣਾ ਚਾਹੀਦਾ, ਇੱਥੇ ਗੱਲ ਉਹ ਵੀ ਚੱਲੀ ਆ ਵੀ SGPC ਹੈ ਜਿਹੜੀ, ਉਹ ਭੰਗ ਹੋਣੀ ਚਾਹੀਦੀ ਹੈ। ਉਸ ਦੇ ਨਾਲ ਜਿਹੜੀਆਂ ਰਵਾਇਤੀ ਟ੍ਰੈਡੀਸ਼ਨਸ ਜਿਹੜੇ ਸੀਗੇ, ਸਿਲੈਕਸ਼ਨ ਦਾ ਹੋਣਾ ਚਾਹੀਦਾ, ਇਲੈਕਸ਼ਨ ਖਤਮ ਹੋਣੀ ਚਾਹੀਦੀ ਹੈ। ਉਸ ਨੂੰ ਕਿਵੇਂ ਦੇਖਦੇ ਹੋ? ਜਿਵੇਂ ਅੱਜ ਦਾ ਦੌਰ ਚੱਲ ਰਿਹਾ, ਭੂਗੋਲਿਕ ਸਥਿਤੀਆਂ ਦੇਖੀਏ ਜੇ ਪੂਰੀ ਦੁਨੀਆ ਦੀ। ਦੇਖੋ, ਆਏ ਆ SGPC, ਇਸ 'ਚ ਕੋਈ ਡਾਊਟ ਨਹੀਂ ਸਾਡੀ ਸਿਰਮੌਰ ਸੰਸਥਾ ਹੈ। ਪਰ ਜੇ ਆਪਾਂ SGPC ਦੇ ਗਠਨ 'ਚ ਜਾਂਦੇ ਹਾਂ, ਜਿਹੜੀ SGPC ਸਿੱਖਾਂ ਨੇ ਬਣਾਈ ਸੀ, ਜਿਹੜੀ SGPC ਸਿੱਖ ਚਾਹੁੰਦੇ ਸੀ 1920 'ਚ, ਉਹ ਐਕਟ ਨਹੀਂ ਲਾਗੂ ਕੀਤਾ ਸਰਕਾਰ ਨੇ। ਉਹਦੇ ਵਾਸਤੇ ਆਪਣੀ ਕੌਮ ਦੇ ਲੋਕਾਂ ਨੇ ਕੁਰਬਾਨੀ ਵੀ ਦਿੱਤੀ। ਸਰਦਾਰ ਤੇਜਾ ਸਿੰਘ ਸਮੁੰਦਰੀ ਸ਼ਹੀਦ ਹੋ ਗਏ, ਪਰ ਉਹਨਾਂ ਨੇ ਐਕਟ ਨੂੰ ਨਹੀਂ ਮੰਨਿਆ ਸੀ। ਮਾਸਟਰ ਤਾਰਾ ਸਿੰਘ ਹਰਿਆਣਾ ਵੀ ਜੇਲ੍ਹਾਂ ਕੱਟੀਆਂ। ਤਾਂ ਇਹ ਜਿਹੜਾ ਐਕਟ ਬਣਾਇਆ ਗਿਆ, ਜਿਹਨੂੰ ਹੁਣ SGPC ਐਕਟ ਕਹਿੰਦੇ ਆਪਾਂ, ਇਹ ਸਾਡੇ ਗਲ 'ਚ ਇੱਕ ਤਰ੍ਹਾਂ ਦਾ ਫਾਹਾ ਪਾਇਆ ਸਰਕਾਰਾਂ ਨੇ।
ਜਿਸ ਐਕਟ ਦੇ ਤਹਿਤ ਐਸਜੀਪੀਸੀ ਬਣੀਆਂ ਉਹ ਐਕਟ ਨਹੀਂ ਬਣਿਆ ਸੀ। ਉਹ ਐਕਟ ਨਹੀਂ ਮੰਨਿਆ ਸੀਗਾ। 1925 ਚ ਸਾਡੇ ਉੱਤੇ ਥੋਪਿਆ ਗਿਆ। ਜਿਹੜਾ ਐਕਟ ਪਹਿਲਾਂ ਸਿੱਖਾਂ ਨੇ ਆਪ ਬਣਾਇਆ ਸੀ, ਉਹਦੇ ਵਿੱਚ ਉਹਨਾਂ ਨੇ ਚੋਣ ਜਿਹੜੀ ਸੀਗੀ ਉਹ ਆਪ ਕਰਨੀ ਸੀਗੀ ਤੇ ਆਪ ਕੀਤੀ ਵੀ ਸੀਗੀ, ਪਰ ਉਹਦੇ ਵਿੱਚ ਸਰਕਾਰ ਨੂੰ ਫਿਰ ਨਜ਼ਰ ਆ ਗਿਆ ਕਿ ਵੀ ਇਹ ਬਹੁਤ ਤਾਕਤਵਰ ਹੋ ਜਾਣਗੇ, ਇਹ ਬਹੁਤ ਅੱਗੇ ਵੱਧ ਜਾਣਗੇ, ਤਾਂ ਉਹਦੇ ਵਿੱਚ ਫਿਰ ਉਹ ਜਿਹੜਾ ਸਾਡੇ ਤੇ ਥੋਪਿਆ ਉਹ ਡੈਫੀਨੇਟਲੀ ਸਾਡੇ ਉੱਤੇ ਗਲਬਾ ਹੈ। ਪਰ ਇਸ ਟਾਈਮ ਸਾਡੇ ਕੋਲ ਚਾਰਾ ਕੋਈ ਨਹੀਂਗਾ ਕਿ ਵੀ ਅਸੀਂ, ਪਰ ਹਾਂ ਸਾਡੇ ਆਜ਼ਾਦਾਨਾ ਹੋਣਾ ਚਾਹੀਦਾ, ਚੋਣ ਵੀ ਸਾਡੀ ਆਪਦੀ ਹੋਣੀ ਚਾਹੀਦੀ ਆ ਤੇ ਸਾਰਾ ਕੁਝ ਸਿਸਟਮ ਆਪ ਚਲਾਉਣਾ ਚਾਹੀਦਾ। ਤਾਂ ਜੋ ਗੱਲਾਂ ਚੱਲ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਜਿਹੜੀਆਂ ਜਿਸ ਤਰੀਕੇ ਦੀਆਂ ਇੱਥੇ ਗੱਲਾਂ ਹੋ ਰਹੀਆਂ ਨੇ ਐਸਜੀਪੀਸੀ ਨੂੰ ਆਜ਼ਾਦ ਕਰਨ ਦੀਆਂ, ਜਾਂ ਚੇਟਕ ਕਿਵੇਂ ਲਾਈ ਜਾਵੇ ਨੌਜਵਾਨਾਂ 'ਚ ਜਿਹੜੇ ਵੋਟਰ ਨੇ? ਦੇਖੋ ਇਹ ਨਾ ਹਰ ਜਗ੍ਹਾ ਦੀ ਸਟੇਜ ਹੁੰਦੀ ਆ। ਗੱਲਾਂ ਇਹ ਨਵੀਆਂ ਨਹੀਂ ਆ, ਬਟ ਸਾਨੂੰ ਹੁਣ ਹੋ ਸਕਦਾ ਕੌਮ ਕਈ ਵਾਰੀ ਉਹ ਸਟੇਜ ਤੇ ਆ ਜਾਂਦੀ ਹੈਗੀ ਆ। ਤਾਂ ਆਪਾਂ ਪਿਛਲੇ ਸਮਿਆਂ 'ਚ ਵੇਖਿਆ, ਪਿਛਲੇ 4-5 ਸਾਲਾਂ 'ਚ ਇੱਕ ਨਵੀਂ ਕੌਨਸ਼ੀਅਸਨੈਸ ਆਈ ਵੀ ਆ, ਸਿੱਖਾਂ 'ਚ ਵੀ ਪੰਜਾਬੀਆਂ 'ਚ ਵੀ, ਹੈ ਨਾ। ਇੱਕ ਦੂਸਰੀ ਗੱਲ, ਜਿਵੇਂ ਮੈਂ ਕਿਹਾ ਵੀ ਵਰਲਡ ਆਰਡਰ ਬਦਲ ਰਿਹਾ, ਤਾਂ ਉਹਦਾ ਵੀ ਅਸਰ ਪੈ ਰਿਹਾ ਸਾਡੇ ਤੇ। ਤਾਂ ਇੱਕ ਪਹਿਲੀ ਸਟੇਜ ਤਾਂ ਇਹ ਹੋਣੀ ਚਾਹੀਦੀ ਹੈ ਕਿ ਇੱਕ ਨੈਰੇਟਿਵ ਬਣੇ, ਇੱਕ ਬ੍ਰਿਤਾਂਤ ਸਿਰਜਿਆ ਜਾਵੇ ਕਿ ਸਾਡੀ ਇੱਥੇ ਅਸੀਂ ਖੜੇ ਆ, ਇੱਥੇ ਅਸੀਂ ਹੋਣਾ ਚਾਹੁੰਦੇ ਹਾਂ, ਠੀਕ ਹੈ। ਉਹ ਲੋਕਾਂ ਦੀ ਕਲੈਰਿਟੀ ਹੋਵੇ, ਜਿਵੇਂ ਤੁਹਾਡੇ ਵਰਗੇ ਨੌਜਵਾਨ ਆ, ਹੋਰ ਨੌਜਵਾਨ ਹੈਗੇ ਜਿਹੜੇ, ਉਹਨਾਂ ਨੂੰ ਕਲੀਅਰ ਹੋਵੇ ਕਿ ਹਾਂ ਅਸੀਂ ਕਿੱਥੇ ਕਿਹੜੇ ਹਾਲਾਤਾਂ 'ਚ ਖੜੇ ਆ, ਸਾਡੀ ਅੱਜ ਦੀ ਪੋਜੀਸ਼ਨ ਕੀ ਆ ਤੇ ਅਸੀਂ ਪਹੁੰਚਣਾ ਕਿੱਥੇ ਚਾਹੁੰਦੇ ਆ। ਫਿਰ ਸਮਰੱਥਾ ਅਨੁਸਾਰ ਅਸੀਂ ਕਿੰਨੀਆਂ ਸਟੇਜਾਂ 'ਚ ਉੱਥੇ ਪਹੁੰਚਾਂਗੇ, ਠੀਕ ਹੈ ਨਾ। ਕਿ ਵੀ ਅੱਜ ਤਾਂ ਆਪਾਂ ਵੱਡੀ ਆਏ ਵੀ ਆਹ ਬਿਲਡਿੰਗ ਚੜ੍ਹਨੀ ਹੈ ਤੇ ਪੌੜੀ ਦਰ ਪੌੜੀ ਹੀ ਚੜਾਂਗੇ। ਬਾਬੇ ਨਾਨਕ ਤੋਂ, ਗੁਰੂ ਨਾਨਕ ਸਾਹਿਬ ਤੋਂ ਆਪਣਾ ਗੁਰੂ ਗੋਬਿੰਦ ਸਿੰਘ ਆਉਂਦੇ 200-250 ਸਾਲ ਲੱਗ ਗਏ। ਫਿਰ ਸਿੱਖ ਰਾਜ ਆਉਂਦੇ ਅਗਲਾ 100 ਸਾਲ ਲੱਗਿਆ। ਸੋ ਇਹ ਚੀਜ਼ਾਂ ਇੱਕੋ ਦਮ ਤਾਂ ਹੋਣ ਵਾਲੀਆਂ ਨਹੀਂ ਗੀਆਂ, ਹੈ ਨਾ। ਇਹ ਕੋਈ ਮੈਕਡੋਨਲਡ ਦਾ 버ਗਰ ਤਾਂ ਹੈ ਨਹੀਂ ਕਿ ਇੱਥੋਂ ਕੱਢਿਆ ਤੇ ਫੜਾਤਾ। ਇਹ ਸਮੇਂ ਦੀ ਸਟਰਗਲ ਹੈਗੀ ਆ, ਪਰ ਅੱਜ ਆਪਾਂ ਇੱਕ ਇੱਕ ਕਦਮ ਕਰਕੇ ਅਗਾਂਹ ਵੱਧਦੇ ਜਾਈਏ, ਚਾਹੇ ਛੋਟਾ ਕਦਮ ਚੱਕੀਏ, ਪਰ ਸਥਾਈ ਕਦਮ ਹੋਵੇ ਜਿਹੜਾ ਪਿਛਾਂਹ ਨਾ ਚੱਕਣਾ ਪਵੇ, ਆਪਾਂ ਅਗਾਂਹ ਵੱਧਦੇ ਜੀ। ਤਾਂ ਅਕਾਲੀ ਦਲ ਜਿਸ ਤਰੀਕੇ ਦੇ ਨਾਲ ਪਹਿਲਾਂ ਹੋਂਦ ਦੇ ਵਿੱਚ ਆਉਂਦਾ, ਐਸਜੀਪੀਸੀ ਉਸ ਤੋਂ ਬਾਅਦ ਹੋਂਦ ਦੇ ਵਿੱਚ ਆਉਂਦੀ ਆ, ਤਾਂ ਲੱਗਦਾ ਕਿਤੇ ਨਾ ਕਿਤੇ ਉਸ ਚੀਜ਼ ਦੇ ਨਾਲ ਅਕਾਲੀ ਦਲ ਦਾ ਰਿਵਾਈਵਲ ਹੋ ਸਕਦਾ ਹੁਣ ਜੋ ਹਾਲਾਤ ਦੇ ਵਿੱਚ ਖੜਾ? ਬਟ ਐਸਜੀਪੀਸੀ ਪਹਿਲਾਂ ਹੋਂਦ 'ਚ ਆਈ ਸੀ, ਫਿਰ ਅਕਾਲੀ ਦਲ ਬਣਿਆ ਸੀ। ਅਕਾਲੀ ਦਲ ਦਾ ਜਿਹੜਾ ਮੁੱਖ ਪਰਪਸ ਸੀ ਹੋਣ ਦਾ, ਉਹ ਸੀਗਾ ਕਿ ਧਰਮ ਦੀ ਇੱਕ ਤਰ੍ਹਾਂ ਦੀ ਪੋਲੀਟੀਕਲ ਵਾੜ ਬਣਨਾ, ਰਾਜਨੀਤਿਕ ਵਾੜ। ਹੁਣ ਉਲਟਾ ਹੋ ਗਿਆ, ਹੁਣ ਉਹ ਵਾੜ ਜਿਹੜੀ ਹੈਗੀ ਆ ਉਹ ਧਰਮ ਨੂੰ ਹੀ ਖਾਣ ਲੱਗ ਗਈ, ਠੀਕ ਆ। ਉਹਦੇ ਤੇ ਧਰਮ ਦਾ ਕੁੰਡਾ ਹੋਣਾ ਚਾਹੀਦਾ ਸੀ, ਧਰਮ ਉਹਦੇ ਤੇ ਮੇਨ ਸਟਰੈਂਥ ਹੋਣੀ ਚਾਹੀਦੀ ਸੀ, ਪਰ ਉਹ ਵਾੜ ਧਰਮ ਨੂੰ ਹੀ ਖਾਣ ਲੱਗ ਗਈ। ਪਰ ਇਹ ਜ਼ਿਆਦਾ ਦੇਰ ਨਹੀਂ ਚੱਲੂਗਾ, ਬਿਕੋਜ਼ ਸਿੱਖੀ ਸਿਧਾਂਤ ਇੰਨਾ ਮਜ਼ਬੂਤ ਆ, ਗੁਰੂਆਂ ਨੇ ਸਾਨੂੰ ਜੋ ਇੰਸਟੀਟਿਊਸ਼ਨਸ ਦਿੱਤੇ ਆ ਜਾਂ ਸੰਸਥਾਵਾਂ ਦਿੱਤੀਆਂ, ਕਿ ਜੇ ਇਹ ਕਿਤੇ ਆਪਾਂ ਡਾਵਾਂ ਡੋਲ ਵੀ ਹੁੰਨੇ ਆ ਤਾਂ ਉਹ ਆਪੇ ਆਟੋਮੈਟਿਕਲੀ ਕੋਰਸ ਕਰੈਕਸ਼ਨ ਹੋ ਜਾਂਦੀ ਹੈ। ਠੀਕ ਆ, ਪਿਛਲੇ ਕਈ ਸਾਲਾਂ ਤੋਂ ਬਹੁਤ ਖੋਰਾ ਲੱਗਿਆ, ਪਿਛਲੇ 20-25 ਸਾਲਾਂ ਤੋਂ ਤਾਂ ਬਹੁਤ ਹੀ ਜ਼ਿਆਦਾ ਲੱਗਿਆ, ਪਰ ਵੇਖੋ ਅੱਜ ਜਾਗਰੂਕਤਾ, ਅੱਜ ਕਿੰਨਾ ਸੋਹਣਾ ਇੱਥੇ ਇਕੱਠ ਹੋਇਆ। ਹੋਰ ਵੀ ਥਾਂ ਜਿੱਥੇ ਲੋਕ ਇਕੱਠੇ ਹੁੰਦੇ ਆ ਇਹਨਾਂ ਗੱਲਾਂ ਦੇ ਉੱਤੇ ਆ ਕੇ, ਤੇ ਉਹ ਚਿੰਤਤ ਹੈਗੇ ਆ ਇਸ ਟਾਈਮ। ਤੇ ਇਕੱਲੇ ਕੋਈ ਪੰਜਾਬ ਦੇ ਸਿੱਖ ਚਿੰਤਤ ਨਹੀਂ, ਭਾਰਤ ਭਰ ਦੇ ਸਿੱਖ ਚਿੰਤਤ ਆ, ਹਰ ਤਰ੍ਹਾਂ ਦਾ ਸਿੱਖ ਚਿੰਤਤ ਆ, ਚਾਹੇ ਕਿਸੇ ਪਾਰਟੀ ਨਾਲ ਜੁੜਿਆ ਹੋਇਆ, ਚਾਹੇ ਕਿਸੇ ਆਪਣਾ ਬਿਜ਼ਨਸ ਕਰਦਾ। ਤੇ ਡਾਇਸਪੋਰਾ ਤਾਂ ਬਹੁਤ ਹੀ ਜ਼ਿਆਦਾ ਆਪਾਂ ਵੇਖਦੇ ਹਾਂ ਕਿ ਉਸ ਗੱਲ ਤੇ ਬਹੁਤ ਚਿੰਤਾ। ਆਖਰੀ ਸਵਾਲ ਹੈ ਮੇਰਾ, ਜਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਦੀ ਬਦਲੀ ਕੀਤੀ ਗਈ, ਜਥੇਦਾਰ ਸਾਹਿਬ ਲਾਹੇ ਗਏ ਨੇ, ਗਿਆਨੀ ਰਘਵੀਰ ਸਿੰਘ ਨੂੰ ਲਾਇਆ ਗਿਆ, ਕੀ ਲੱਗਦਾ ਉਹ ਜਾਇਜ਼ ਆ ਜਾਂ ਕਿਸ ਤਰੀਕੇ ਦੇ ਨਾਲ ਉਸ ਨੂੰ ਸਹੀ ਕੀਤਾ ਜਾ ਸਕਦਾ? ਨਹੀਂ, ਜਾਇਜ਼ ਤਾਂ ਬਿਲਕੁਲ ਹੀ ਨਹੀਂ। ਵੇਖੋ, ਹੈ ਨਾ, ਪਹਿਲੀ ਗੱਲ ਤਾਂ ਜਥੇਦਾਰ ਦੀ ਜਿਹੜੀ ਚੋਣ ਦਾ ਸਿਸਟਮ ਆ, ਉਹ ਐਸਜੀਪੀਸੀ ਕੌਮ ਦਾ ਜਥੇਦਾਰ ਕਿਵੇਂ ਥਾਪ ਸਕਦੀ ਇਕੱਲੀ, ਹੈ ਨਾ। ਉਹਦੀ ਇੱਕ ਸਿਸਟਮ ਹੁੰਦਾ ਹੈ, ਸਾਰੀਆਂ ਸੰਪਰਦਾਵਾਂ ਨੂੰ, ਸਾਰੀਆਂ ਸੰਸਥਾਵਾਂ ਨੂੰ, ਕੁਛ ਕੌਮੀ ਸ਼ਖਸੀਅਤਾਂ ਨੂੰ ਬੁਲਾ ਕੇ ਉਹਨਾਂ ਨਾਲ ਇੱਕ ਗੱਲਬਾਤ ਕੀਤੀ ਜਾਵੇ, 2-4 ਨਾਂ ਹੋਣ ਪੈਨਲ ਦੇ ਕੋਲੇ ਕਿ ਵੀ ਆਹ ਲੋਕ ਹੈਗੇ ਆ, ਇਹਨਾਂ 'ਚੋਂ ਕਿਹਨੂੰ ਲਾਇਆ ਜਾਵੇ। ਤੇ ਪਰ ਇਹ ਜਿਵੇਂ ਲਾਉਂਦੇ ਆ, ਇਹ ਤਾਂ ਖੇਡ ਬਣਾ ਛੱਡੀ। ਇਹ ਤਾਂ ਮੈਂ ਹੱਸਦਾ ਹੁੰਦਾ ਕਿ ਵੀ ਬ੍ਰਾਂਚ ਮੈਨੇਜਰ ਵੀ ਨਹੀਂ ਇੰਨੀ ਜਲਦੀ ਤਾਂ ਕੰਪਨੀਆਂ ਵਾਲੇ ਉਤਾਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤਾਂ ਇਹ ਸੀ ਅਜੇਪਾਲ ਸਿੰਘ ਬਰਾੜ, ਜਿਨ੍ਹਾਂ ਨੇ ਆਪਣੇ ਵਿਚਾਰ ਦੱਸੇ ਨੇ ਕਿਸ ਤਰੀਕੇ ਦੇ ਨਾਲ ਐਸਜੀਪੀਸੀ ਹੈ ਜਿਹੜੀ ਉਸ ਨੂੰ ਸਹੀ ਕੀਤਾ ਜਾ ਸਕਦਾ ਹੈ, ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਹੈ ਜਿਹੜੀ ਉਸ ਨੂੰ ਸਹੀ ਕੀਤਾ ਜਾ ਸਕਦਾ। ਤਾਂ ਲੋੜ ਹੈ ਕਹਿੰਦੇ ਕਿਤੇ ਨਾ ਕਿਤੇ ਟਰੈਡੀਸ਼ਨ ਵੱਲ ਆਉਣ ਦੀ, ਰਵਾਇਤ ਵੱਲ ਆਉਣ ਦੀ, ਤਾਂ ਜੋ ਪੰਥਕ ਹਾਲਾਤ ਨੇ ਜਿਹੜੇ ਉਹ ਸਹੀ ਹੋ ਸਕਣ। ਕੈਮਰਾ ਪਰਸਨ ਗੁਰਸਾਹਿਬ ਦੇ ਨਾਲ ਮੈਂ ਰਾਜਵੀਰ ਸਿੰਘ, ਪ੍ਰੋ ਪੰਜਾਬ ਟੀਵੀ, ਸ਼੍ਰੀ ਅਨੰਦਪੁਰ ਸਾਹਿਬ।